सत श्री अकाल दोस्तों। जिमें बब्बू मान का एक गाना ਉਹਦੇ बोल है, जद दुनिया की हिक दे विच रसैशन झंडा गड्डदा नहीं जट उदों नोट जुत्ती चों कढदा नहीं जट उदों नोट जुत्ती चों कढदा। बड़े डूंघे बोल है, काफ़ी टाइम पहला रिलीज़ किया सीगा। ਇਹ ਲਾਈਨਾਂ ਦਾ ਮਤਲਬ ਕੀ ਹੈ? ਰਸੈਸ਼ਨ ਕੀ ਹੁੰਦਾ? ਰਸੈਸ਼ਨ ਹੁੰਦਾ ਆਰਥਿਕ ਮੰਦਹਾਲੀ, ਜਦੋਂ ਕ੍ਰਾਈਸਿਸ ਆਉਂਦਾ। ਅੱਜ ਆਪਾਂ ਗੱਲ ਕਰਨੀ ਹੈ, ਜਿਵੇਂ ਕਿ ਮੈਂ ਇੱਥੇ ਲਿਖਣਾ ਭੁੱਲ ਗਿਆ, ਅੱਜ ਆਪਣਾ 6ਵਾਂ ਐਪੀਸੋਡ ਹੈ, ਮੈਂ ਬਾਅਦ 'ਚ ਉਹਨੂੰ ਐਡਿਟ ਕਰ ਦੂੰਗਾ। ਅੱਜ 6ਵੇਂ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਾਰਨ ਕੀ ਸੀ ਜਿਹੜਾ $1 ਕਦੇ $1 ਦੇ ਬਰਾਬਰ ਸੀਗਾ, ਉਹ ਅੱਜ 74-75 ਰੁਪਏ ਕਿਵੇਂ ਹੋ ਗਿਆ? ਅੱਜ ਦੀ 74 ਰੁਪਏ 53 ਪੈਸੇ, ਮਤਲਬ ਕਿ ਜਿਹੜਾ $1 ਕਦੇ $1 ਦੇ ਬਰਾਬਰ ਸੀ, ਉਹ 74.5 ਰੁਪਏ ਕਿਵੇਂ ਹੋ ਗਿਆ? ਦੂਜਾ, ਜਿਹੜਾ ਸਾਡਾ 50 ਲੱਖ ਦਾ ਕਿੱਲਾ ਸੀਗਾ, ਉਹ ਅੱਜ 15-18 ਲੱਖ ਦਾ ਕਿਵੇਂ ਰਹਿ ਗਿਆ? ਇਹ ਦੋ ਗੱਲਾਂ ਜਿਹੜੀਆਂ ਕਿ ਸਾਨੂੰ ਸਮਝਣੀਆਂ ਪੈਣਗੀਆਂ। ਇਹਦਾ ਕਾਰਨ ਕੀ ਸੀਗਾ? ਡਾਲਰ ਕਿਵੇਂ ਡਿੱਗਿਆ, ਰੁਪਇਆ ਕਿਵੇਂ ਡਿੱਗਿਆ, ਡਾਲਰ ਮੂਹਰੇ ਉਹਨੇ ਕਿਵੇਂ ਮੱਥੇ ਟੇਕੇ, ਜਾਂ ਇਹ ਵਧੂਗੀ ਜਾਂ ਘਟੂਗੀ, ਉਹਦੇ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ। ਮੈਂ ਗੱਲ ਕੀਤੀ ਸੀਗੀ ਵੀ ਜਦ ਦੁਨੀਆ ਦੀ ਹਿੱਕ ਦੇ ਵਿੱਚ ਰਸੈਸ਼ਨ ਝੰਡਾ ਗੱਡਦਾ ਨਹੀਂ ਜੱਟ ਉਦੋਂ ਨੋਟ ਜੁੱਤੀ ਚੋਂ ਕੱਢਦਾ। ਅੱਜ ਜਦੋਂ ਸਾਰੀ ਦੁਨੀਆ ਡਿੱਗੀ ਪਈ ਆ, ਰਸੈਸ਼ਨ ਨੇ ਮੰਦਹਾਲੀ ਆਈ ਪਈ ਆ, ਸਿਰਫ ਕਿਸਾਨਾਂ ਕੋਲੇ ਪੈਸਾ ਬਚਿਆ। ਹੁਣ ਆਪਾਂ ਸ਼ੁਰੂ ਕਰੀਏ, ਚਲੋ ਬੰਦੇ ਕਾਫੀ ਜੁੜ ਗਏ ਆ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੇਸ਼ ਦੀ ਰਾਜਨੀਤੀ ਦਾ ਜ਼ਰੂਰੀ ਹੈ ਭਾਗ। ਕਈ ਬੰਦੇ ਕਹਿੰਦੇ ਅਸੀਂ ਤਾਂ ਰਾਜਨੀਤੀ ਨਾਲ ਤੂੰ ਯਾਰ ਹਰ ਵਾਰੀ ਜੋੜ ਦੇਣਾ। ਜਿੰਨਾ ਚਿਰ ਰਾਜਨੀਤੀ ਤੇ ਆਰਥਿਕਤਾ ਇਕੱਠੀਆਂ, ਇਹਨਾਂ ਨੂੰ ਅੱਡ ਅੱਡ ਨਾ ਦੇਖੋ। ਦੇਖੋ ਕੀ ਹੈ, ਤੁਹਾਨੂੰ ਮੈਂ ਦੱਸ ਦਿਆਂ, ਰਾਜੀਵ ਗਾਂਧੀ 2 ਦਸੰਬਰ 1999 ਤੱਕ ਪ੍ਰਧਾਨ ਮੰਤਰੀ ਸੀ ਇਸ ਦੇਸ਼ ਦਾ। ਉਸ ਤੋਂ ਬਾਅਦ ਜਿਹੜਾ 10 ਨਵੰਬਰ 1990 ਤੋਂ ਲੈ ਕੇ 21 ਜੂਨ 1991 ਤੱਕ VP ਸਿੰਘ, ਜਿਹਨੂੰ ਵਿਸ਼ਵਨਾਥ ਪ੍ਰਤਾਪ ਸਿੰਘ ਕਹਿੰਦੇ ਆ, ਉਹਦਾ ਫੁੱਲ ਨਾਮ ਇਹ ਸੀਗਾ, 343 ਦਿਨ ਇਸ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ। ਉਸ ਤੋਂ ਬਾਅਦ ਜਦੋਂ ਵੀ ਚੰਦਰ ਦੀ ਸਰਕਾਰ ਡਿੱਗਣ ਤੋਂ ਬਾਅਦ 21 ਜੂਨ 1991 ਨੂੰ VP ਸਿੰਘ ਦੀ ਸਰਕਾਰ ਬਣਦੀ, ਜਿਸ 'ਚ ਮਨਮੋਹਨ ਸਿੰਘ ਜੋ ਸਾਡੇ 10 ਸਾਲ ਪ੍ਰਧਾਨ ਮੰਤਰੀ ਰਹੇ, ਉਹ ਉਹਨਾਂ ਦੇ ਕੀ ਸੀਗੇ, ਉਹਦੇ ਵਿੱਚ ਫਾਈਨਾਂਸ ਮਿਨਿਸਟਰ ਸੀਗੇ। ਇਹ ਕਿਉਂ ਦੱਸ ਰਿਹਾ ਤੁਹਾਨੂੰ? ਕਿਉਂਕਿ ਜਿਹੜਾ ਇਹ ਪੀਰੀਅਡ ਸੀਗਾ 99 ਤੋਂ ਲੈ ਕੇ 91 ਤੱਕ ਦਾ, ਇਹ ਸਾਡੇ ਦੇਸ਼ ਦਾ ਵੱਡਾ ਕਾਰਨ ਰਿਹਾ ਸਾਡੇ ਡਾਲਰਾਂ ਦੇ ਘਟਣ ਵਧਣ ਦਾ। 1990 ਤੋਂ 91 ਤੋਂ ਪਹਿਲਾਂ 91 ਤੋਂ ਪਹਿਲਾਂ ਦੇ ਜਿਹੜੇ 50 ਸਾਲ ਸੀਗੇ, 47 ਤੋਂ ਲੈ ਕੇ 91 ਤੱਕ ਜਿੰਨੇ ਵੀ ਬਣਦੇ ਬਣਾ ਲਓ, ਉਹਨਾਂ ਦੇ ਵਿੱਚ ਸਾਡੀ ਪਾਲਿਸੀ ਅਲੱਗ ਸੀਗੀ, ਤੇ 91 ਤੋਂ ਲੈ ਕੇ ਅੱਜ ਦੇ ਟਾਈਮ ਤੱਕ ਇਹ ਪਾਲਿਸੀ ਅਲੱਗ ਹੈ। ਇਹ ਪਾਲਿਸੀ ਤੇ ਉਹ ਪਾਲਿਸੀ 'ਚ ਕੀ ਫਰਕ ਹੈ? ਪਹਿਲਾਂ ਉਹ ਪਾਲਿਸੀ ਦੇ ਵਿੱਚ ਇਹ ਸੀਗਾ ਵੀ ਜਿਹੜਾ ਵੀ ਸਾਡੇ ਰੁਪਈਏ ਦੀ ਕੀਮਤ ਸੀਗੀ, ਉਹਨੂੰ ਕਲੋਜ਼ ਇਕੋਨਮੀ ਬੋਲਦੇ ਸੀਗੇ ਜਿਹੜੇ ਇਕੋਨੋਮਿਸਟ ਸੀਗੇ। ਵੀ ਉਹਦੇ 'ਚ ਕਾਰਨ ਸੀਗਾ ਉਦੋਂ ਲਾਇਸੈਂਸੀ ਰਾਜ ਸੀਗਾ। ਲਾਇਸੈਂਸੀ ਰਾਜ ਅੱਜ ਵੀ ਇੰਡਸਟਰੀ ਲਾਉਣ ਵਾਸਤੇ, ਪਰ ਉਦੋਂ ਲਾਇਸੈਂਸ ਹਰ ਚੀਜ਼ 'ਤੇ ਚਾਹੀਦਾ ਸੀ। ਲਾਇਸੈਂਸ ਇੰਡਸਟਰੀ ਲਾਉਣ ਵਾਸਤੇ ਚਾਹੀਦਾ ਸੀ, ਲਾਇਸੈਂਸ ਉਹਦੀ ਪ੍ਰੋਡਕਸ਼ਨ ਕਰਨ ਵਾਸਤੇ ਚਾਹੀਦਾ ਸੀ। ਕਿੰਨੀ ਪ੍ਰੋਡਕਸ਼ਨ ਹੋਊਗੀ, ਉਹ ਜ਼ਿਆਦਾ ਹੀ ਲੜਨੀਆਂ ਪਈਆਂ। ਪਹਿਲਾਂ ਤਾਂ ਕਸ਼ਮੀਰ 'ਤੇ ਚੱਲਿਆ 47-48 ਵਾਲਾ ਯੁੱਧ, ਉਸ ਤੋਂ ਬਾਅਦ ਆਪਾਂ ਅੱਗੇ ਪਾਕਿਸਤਾਨ ਨਾਲ ਅਤੇ ਚਾਈਨਾ ਨਾਲ, ਇਹਨਾਂ ਸਾਰੀਆਂ ਜੰਗਾਂ ਕਰਕੇ, ਅਤੇ ਉਹਨਾਂ ਕਰਕੇ ਸਾਨੂੰ ਲੋੜ ਸੀਗੀ ਫੋਰੈਕਸ ਦੀ, ਫੋਰਨ ਐਕਸਚੇਂਜ ਦੀ, ਮਤਲਬ ਕਿ ਬਾਹਰਲੇ ਰੁਪਈਆ ਚਾਹੀਦਾ ਸੀਗਾ ਸਾਨੂੰ, ਕਿਉਂਕਿ ਅਸੀਂ ਕਿਸੇ ਨੂੰ ਬਾਹਰੋਂ ਵਪਾਰ ਤਾਂ ਕਰ ਨਹੀਂ ਸੀ ਸਾਡੀ ਸਰਕਾਰ। ਉਹ ਨੀਤੀ ਚੰਗੀ ਸੀ ਜਾਂ ਮਾੜੀ ਸੀ, ਮੈਂ ਇਹਦੇ ਨਾਲ ਕੰਪੇਅਰ ਕਰੂੰ ਅੱਜ ਦੀ ਨਾਲ। ਬਾਅਦ ਦੇ ਵਿੱਚ ਤਾਂ ਕੀ ਬਣਿਆ, ਜੰਗਾਂ ਦੇ ਕਰਕੇ ਸਾਨੂੰ ਹਥਿਆਰ ਖਰੀਦਣੇ ਪਏ। ਰਾਜੀਵ ਗਾਂਧੀ ਵਰਗਾ ਪ੍ਰਧਾਨ ਮੰਤਰੀ ਵਿਗਾਉਣਾ ਪਿਆ ਦੇਸ਼ ਨੂੰ। ਸਭ ਤੋਂ ਨੌਜਵਾਨ, ਜੇ ਕਈ ਵਾਰੀ ਇਹ ਜਨਰਲ ਨੌਲੇਜ ਦਾ ਕੁਐਸਚਨ ਹੈ, ਕਈ ਵਾਰੀ ਪੁੱਛ ਸਕਦੇ ਆ ਵੀ ਸਭ ਤੋਂ ਨੌਜਵਾਨ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਕੌਣ ਸੀ, ਤਾਂ ਸਭ ਤੋਂ ਯੰਗੈਸਟ ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ, ਕਿਉਂਕਿ ਉਹਨੇ ਲਿੱਟੇ, ਜਿਹਨੂੰ ਕਹਿੰਦੇ LTTE, ਉੱਥੇ ਵੀ ਫੌਜਾਂ ਭੇਜੀਆਂ। ਚਲੋ ਉਹ ਚੀਜ਼ਾਂ ਬਾਅਦ ਦੀਆਂ ਗੱਲਾਂ ਕਰਾਂਗੇ। ਇਹਨਾਂ ਸਾਰੀਆਂ ਚੀਜ਼ਾਂ 'ਤੇ ਖਰਚਾ ਹੋਇਆ, ਅਤੇ ਅੰਤ 'ਤੇ ਕੀ ਹੋਇਆ, ਅੰਤ 'ਤੇ ਆਪਾਂ ਗੱਲ ਨਿਬੇੜ ਗਏ। ਸਾਨੂੰ ਫੋਰਨ ਰਿਜ਼ਰਵ ਦੀ ਲੋੜ ਪੈ ਗਈ, ਉਹ ਸਾਡੇ ਕੋਲੇ ਨਹੀਂ ਸੀਗਾ।
ਦੂਜੀ ਗੱਲ ਆ, ਇੱਕ ਤਾਂ ਇਹ ਸੀਗਾ, ਦੂਜੀ ਗੱਲ ਉਦੋਂ ਤੇਲ ਦੀਆਂ ਕੀਮਤਾਂ ਬਹੁਤ ਵਧੀਆਂ। ਤੇਲ ਦੀਆਂ ਕੀਮਤਾਂ ਵਧਣ ਦਾ ਕਾਰਨ ਸੀ ਸਦਾਮ ਹੁਸੈਨ ਸੀਗਾ ਉਦੋਂ ਜਿਹੜਾ ਰਾਸ਼ਟਰਪਤੀ ਸੀਗੇ ਉਹਨਾਂ ਦੇ, ਚਾਹੇ ਤਾਨਾਸ਼ਾਹ ਕਹਿ ਲਓ, ਜਿਹੜੇ ਕਿ ਆਪਣੇ ਇਰਾਕ ਦੇ ਸੀਗੇ। ਅਮਰੀਕਾ ਦਾ ਤਾਂ ਉਹਨਾਂ ਦਾ ਯੁੱਧ ਚੱਲ ਪਿਆ, ਉਹਦੇ ਕਰਕੇ ਕੀਮਤਾਂ ਹੋਰ ਜ਼ਿਆਦਾ ਵੱਧ ਗਈਆਂ। ਸਾਡੇ ਦੇਸ਼ ਦੀ ਇਕੋਨਮੀ ਨੂੰ ਚਾਹੀਦੀਆਂ ਸੀਗੀਆਂ ਵੀ ਤੇਲ ਲੈਣ ਵਾਸਤੇ। ਤਾਂ ਜੇ ਤੁਸੀਂ ਇਹ ਸੋਚੋ ਵੀ ਤੇਲ ਦੀਆਂ ਕੀਮਤਾਂ ਕਰਕੇ ਸਾਡੇ ਰੁਪਈਏ ਦੀ ਕੀਮਤ ਡਿੱਗ ਪਈ, ਤਾਂ ਕੀਮਤਾਂ ਤਾਂ ਅੱਜ ਮਾਈਨਸ 'ਚ ਆ, ਫਿਰ ਤਾਂ ਸਾਡਾ ਰੁਪਈਆ ਦੁਬਾਰਾ ਉੱਪਰ ਆਉਣਾ ਚਾਹੀਦਾ। ਉਹ ਕਿਉਂ ਨਹੀਂ ਆਉਂਦਾ? ਉਹਦੇ ਜਵਾਬ ਮੈਂ ਅਗਲੀਆਂ ਗੱਲਾਂ 'ਚ ਦਿੰਦਾ ਵੀ ਇਹ ਹਾਥੀ ਦੇ ਦੰਦ ਖਾਣ ਨੂੰ ਹੁਣ ਦਿਖਾਉਣ ਨੂੰ ਹੋਣ। ਕਿ ਜੇ ਆਪਾਂ ਕਹੀਏ ਤੇਲ ਦੀ ਇਕੋਨਮੀ ਖੜੀ ਹੈ, ਤੇਲ ਤਾਂ ਹੁਣ ਤਾਂ ਨੈਗੇਟਿਵ ਚਲ ਗਿਆ, ਫਿਰ ਹੁਣ ਜਿਹੜਾ 74 ਰੁਪਈਆਂ 'ਤੇ ਚਲਾ ਗਿਆ ਡਾਲਰ, $1.74 'ਤੇ ਫਿਰ ਡਿੱਗਣਾ ਚਾਹੀਦਾ। ਕਿਉਂ ਨਹੀਂ ਡਿੱਗਦਾ? ਉਹਦੇ ਕਾਰਨ ਹੁਣ ਕੀ ਹੋਇਆ, 1991 ਦੇ ਵਿੱਚ VP ਸਿੰਘ ਦੀ ਸਰਕਾਰ ਬਣਦੀ ਹੈ, ਜਿਹੜੀ ਸਟੇਬਲ ਸਰਕਾਰ ਸੀ। ਬਾਕੀ ਤਾਂ ਕਿਉਂਕਿ ਦੋ ਜਿਹੜੇ ਸੀਗੇ, ਚੰਦਰ ਸ਼ੇਖਰ ਤੇ ਵਿਸ਼ਵਨਾਥ, VP ਸਿੰਘ ਤੇ ਦੋਨੇ ਸੀ। PV ਨਰਸਿਮਹਾ ਰਾਓ ਦੀ ਸਰਕਾਰ ਬਣਦੀ ਹੈ, ਸੌਰੀ, 91 ਵਿੱਚ, ਜਿਹੜੀ ਸਟੇਬਲ ਸੀਗੀ। ਹੁਣ ਕੀ ਹੋਇਆ, ਹੁਣ ਇਹ ਚੱਲ ਪਿਆ ਸਾਡੇ ਕੋਲੇ ਜਿਹੜਾ ਉਦੋਂ ਦਾ ਫੈਕਟਰ ਸੀਗਾ ਸਾਡੇ ਇਕੋਨਮੀ ਡਿੱਗਣ ਦੇ, ਉਹਦਾ ਕਾਰਨ ਸੀ ਜਿਹੜਾ 25% ਸਾਡਾ ਐਕਸਪੋਰਟ ਸੀ ਉਹ ਸੋਵੀਅਤ ਯੂਨੀਅਨ ਤੋਂ ਸੀ। ਰਸ਼ੀਆ ਬਹੁਤ ਵੱਡਾ ਦੇਸ਼ ਸੀਗਾ, ਉਹਨੂੰ ਖਤਮ ਕਰਨ ਵਾਸਤੇ ਲਾਦੇਨ ਵਰਗੇ ਬੰਦੇ ਪੈਦਾ ਕੀਤੇ, ਜਿਨ੍ਹਾਂ ਨੂੰ ਅਮਰੀਕਾ ਨੇ ਪੈਦਾ ਕਰਕੇ ਫਿਰ ਮਾਰਿਆ। ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਬਾਅਦ 'ਚ ਵੀਡੀਓ ਬਣਾਵਾਂਗੇ। ਸਾਡਾ ਪਹਿਲਾ ਪੱਕਾ ਯਾਰ ਸੀਗਾ ਸੋਵੀਅਤ ਯੂਨੀਅਨ, ਜਿਹਨੂੰ ਅੱਜ ਕੱਲ੍ਹ ਰਸ਼ੀਆ ਕਹਿੰਦੇ ਆ, USSR। ਉਹਦਾ ਛੋਟਾ ਹਿੱਸਾ ਰਹਿ ਗਿਆ, ਉਹਦੇ 'ਚ ਕਈ ਮੁਲਕ ਸੀਗੇ, ਉਹਦੇ ਬਾਰੇ ਮੈਂ ਡਿਟੇਲ 'ਚ ਦੱਸ ਦੂੰਗਾ। ਦੂਜਾ, ਕੱਚੇ ਤੇਲ ਦੀਆਂ ਕੀਮਤਾਂ ਵਧੀਆਂ। ਤੀਜਾ, ਫੋਰਨ ਐਕਸਚੇਂਜ ਜਿਹੜਾ ਖਤਮ ਹੋ ਗਿਆ। ਇਹਦੇ ਕਰਕੇ ਕਹਿੰਦੇ ਸਾਨੂੰ ਹੁਣ ਨਵਾਂ ਮਾਡਲ ਜਿਹੜਾ ਅਪਣਾਉਣਾ ਪੈਣਾ ਸੀਗਾ। ਤਾਂ ਉਹਦੇ ਵਾਸਤੇ ਜਿਹੜਾ ਪਹਿਲਾਂ ਸਾਡੀ ਸਰਕਾਰ ਨੇ ਹੱਥ ਪੈਰ ਕੀ ਮਾਰੇ, ਜਿੰਨਾ ਵੀ ਸੋਨਾ ਸੀਗਾ ਕਿਉਂਕਿ ਜਦੋਂ ਫੋਰਨ ਐਕਸਚੇਂਜ ਖਤਮ ਹੁੰਦਾ, ਦੋ ਚੀਜ਼ਾਂ, ਜਾਂ ਤਾਂ ਰੁਪਈਆ ਆਪਦੀ ਕਰੰਸੀ ਡੀਵੈਲੂਏਟ ਹੁੰਦੀ ਹੈ, ਮਤਲਬ ਉਹਦੀ ਕੀਮਤ ਸਿੱਟਦੇ ਆ। ਕੀਮਤ ਸਿੱਟਣ ਦਾ ਕਾਰਨ ਹੁੰਦਾ, ਜੇ ਮੰਨ ਲਓ ਵੀ ਬਾਹਰੋਂ ਲੋਕ ਘੱਟ ਪੈਸੇ 'ਚ ਵੱਧ ਇਨਵੈਸਟਮੈਂਟ ਕਰਨਗੇ ਅਤੇ ਬਾਹਰਲੇ ਲੋਕਾਂ ਵਾਸਤੇ ਸਾਡੇ ਦਰਵਾਜ਼ੇ ਖੁੱਲ੍ਹੇ ਹੋਣਗੇ, ਤਾਂ ਲੋਕ ਇੱਥੇ ਆ ਕੇ ਪੈਸਾ ਲਾਉਣਗੇ, ਉਹ ਕਾਰਨ ਹੁੰਦਾ। ਹੁਣ ਕੀ ਹੋਇਆ, ਸਾਡੇ ਦੇਸ਼ ਨੇ ਪਹਿਲਾਂ ਜਦੋਂ ਆਪਣੇ ਸਰਕਾਰ ਸੀਗੀ ਚੰਦਰ ਸ਼ੇਖਰ ਦੀ, ਉਦੋਂ ਪਹਿਲੀ ਵਾਰੀ 20,000 ਕਿਲੋ ਸਿਉਣਾ ਵੇਚਿਆ, ਸਵਿਟਜ਼ਰਲੈਂਡ ਨੂੰ ਗਿਰਵੀ ਰੱਖਿਆ, ਗਹਿਣੇ ਰੱਖਤਾ ਸਿਉਣਾ, ਵੀ ਯਾਰ ਆਪਾਂ ਨੂੰ ਪੈਸੇ ਮਿਲ ਜਾਣਗੇ, ਆਪਾਂ ਕੰਮ ਚਲਾ ਲਾਂਗੇ, ਜਿਵੇਂ ਸਰਕਾਰਾਂ ਅੱਜ ਕੱਲ੍ਹ ਸੋਚਦੀਆਂ। ਜਦੋਂ ਉਹਦੇ ਪੈਸੇ ਮਿਲੇ, ਉਦੋਂ ਬਾਅਦ ਉਹਨੇ ਕਿਹਾ ਉਹ ਪੈਸੇ ਮਿਲੇ, ਪਰ ਉਹਦੇ ਨਾਲ ਬਾਹਲਾ ਕੰਮ ਨਹੀਂ ਚੱਲਿਆ। ਉਦੋਂ ਬਾਅਦ 47,000 ਕਿਲੋ ਸੋਨਾ ਸਾਡੇ ਦੇਸ਼ ਦੀ ਸਰਕਾਰਾਂ ਨੇ, ਇਹ ਬਿਲਕੁਲ ਚੋਰੀ ਸੀ, ਇਹ ਚੋਰੀ ਬਿਲਕੁਲ ਪਰਦੇ ਪਿੱਛੇ ਹੋ ਰਿਹਾ ਸੀ ਕੰਮ, ਇਹ ਕੋਈ ਆਏ ਨਹੀਂ ਸੀ, ਮੀਡੀਆ 'ਚ ਦੱਸ ਰਹੇ ਸੀਗੇ। ਉਹ 20,000 ਕਿਲੋ ਸੋਨਾ ਸੀ, 47,000 ਕਿਲੋ ਸੋਨਾ ਸੀ, ਜਿਹੜਾ ਇਹਨਾਂ ਨੇ ਦੋ ਅੱਡ-ਅੱਡ ਬੈਂਕਾਂ, ਬੈਂਕ ਆਫ ਲੰਡਨ ਤੇ ਬੈਂਕ ਆਫ ਜਾਪਾਨ ਦੇ ਵਿੱਚ ਗਿਰਵੀ ਰੱਖਿਆ, ਜਿੱਥੋਂ ਇਹਨਾਂ ਨੇ ਡਾਲਰ ਲਏ ਤੇ ਦੁਬਾਰਾ ਕੰਮ ਚਲਾਉਣ ਵਾਸਤੇ। ਜਦੋਂ ਇਹ ਗੱਲ ਦਾ ਇੱਕ ਪੱਤਰਕਾਰ ਆ, ਸ਼ੰਕਰ ਆਇਰ, ਅੱਜ ਵੀ ਜਿਉਂਦੇ ਨੇ, ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਖਬਰ ਛਾਪਤੀ, ਪੂਰੇ ਦੇਸ਼ 'ਚ ਹਾਹਾਕਾਰ ਮੱਚ ਗਈ ਵੀ ਆਹ ਕੀ, ਅੰਦਰ ਖਾਤੇ ਸਰਕਾਰ ਤਾਂ ਸੋਨਾ ਗਿਰਵੀ ਰੱਖ ਕੇ ਕੰਮ ਚਲਾ ਰਹੀ ਹੈ। ਤਾਂ ਹੋਇਆ ਕਿ ਚੰਦਰ ਸ਼ੇਖਰ ਦੀ ਸਰਕਾਰ ਡਿੱਗ ਪਈ। ਉਸ ਤੋਂ ਬਾਅਦ PV ਨਰਸਿਮਹਾ ਰਾਓ ਜਿਹੜੇ ਹੈਗੇ 21 ਜੂਨ 1991 ਨੂੰ ਜਿਹੜਾ ਹੈਗਾ ਸਹੁੰ ਚੱਕਦੇ ਆ। ਹੁਣ ਜਦੋਂ ਸਹੁੰ ਚੱਕਦੇ ਆ, ਚੱਕ ਤਾਂ ਲਈ, ਪਰ ਸਭ ਤੋਂ ਵੱਡਾ ਔਖਾ ਕੰਮ ਸੀਗਾ ਸਾਡੇ ਦੇਸ਼ ਦੀ ਇਕੋਨਮੀ ਨੂੰ ਸੰਭਾਲੂ ਕੌਣ। ਤਾਂ PV ਨਰਸਿਮਹਾ ਰਾਓ ਨੂੰ ਜਿਹਤੇ ਭਰੋਸਾ ਸੀ ਉਹ ਸੀਗੇ PC ਅਲੈਗਜ਼ੈਂਡਰ। PC ਅਲੈਗਜ਼ੈਂਡਰ ਦੀ ਡਿਊਟੀ ਲਾਈ ਵੀ ਤੂੰ ਸਾਡਾ ਫਾਈਨਾਂਸ ਮਿਨਿਸਟਰ ਲੱਭ ਕੇ ਲਿਆ, ਕੋਈ ਬੰਦਾ ਲੱਭ ਯਾਰ ਜਿਹੜਾ ਇਹਨੂੰ ਸਟੇਬਲ ਕਰੇ। ਤਾਂ ਸਭ ਤੋਂ ਪਹਿਲਾਂ IG ਪਟੇਲ ਤੇ ਉਹਨਾਂ ਦੀ ਨਜ਼ਰ ਗਈ। IG ਪਟੇਲ ਕੌਣ ਸੀ? ਸਾਡੇ ਰਿਜ਼ਰਵ ਬੈਂਕ ਆਫ ਇੰਡੀਆ RBI ਦੇ ਗਵਰਨਰ ਸੀਗੇ। ਪਰ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਣੋ ਜੀ RBI ਦੇ ਗਵਰਨਰ, ਤਾਂ ਉਹਨਾਂ ਨੇ ਨਾ ਕਰਤੀ ਵੀ ਯਾਰ ਅਸੀਂ ਨਹੀਂ ਬਣ ਸਕਦੇ, ਮੈਥੋਂ ਇਹ ਕੰਮ ਨਹੀਂ ਸਾਂਭਣਾ। ਤਾਂ ਉਦੋਂ ਬਾਅਦ ਉਹਦੀ ਨਜ਼ਰ ਗਈ ਡਾਕਟਰ ਮਨਮੋਹਨ ਸਿੰਘ ਤੇ, ਜਿਹੜੇ ਪਹਿਲਾਂ ਇਹ ਕੰਮ ਕਰਦੇ ਸੀਗੇ, ਉਹਨਾਂ ਨੂੰ ਕਾਫੀ ਅਰਥ ਸ਼ਾਸਤਰੀ ਸੀਗੇ। ਪਰ ਉਦੋਂ ਉਹ UGC, ਜਿਹੜੇ ਮੁੰਡੇ ਪੜ੍ਹਦੇ ਆ ਮੇਰੇ ਵਰਗੇ ਜਾਂ ਪ੍ਰੋਫੈਸਰ, ਉਹਨਾਂ ਨੂੰ ਪਤਾ UGC ਹੁੰਦਾ ਯੂਨੀਅਨ ਗ੍ਰਾਂਟ ਕਮਿਸ਼ਨ, ਉਹਦੇ ਚੇਅਰਮੈਨ ਸੀਗੇ, ਬਣ ਚੁੱਕੇ ਸੀਗੇ। ਪਰ ਉਹਨਾਂ ਨੂੰ ਨਰਸਿਮਹਾ ਰਾਓ ਜੀ ਦਾ ਫੋਨ ਗਿਆ ਵੀ ਜਿਹੜਾ ਹੈਗਾ ਕੱਪੜੇ ਪਾ ਤੇ ਸਿੱਧਾ ਰਾਸ਼ਟਰਪਤੀ ਭਵਨ ਆ, ਤਾਂ ਉੱਥੇ ਸਹੁੰ ਚੁਕਾਤੀ ਉਹਨਾਂ ਨੂੰ ਐਜ਼ ਏ ਫਾਈਨਾਂਸ ਮਿਨਿਸਟਰ।
उस तो बाद की होया, सरकार ने एक होर दा खेडण की कोशिश की। सरकार ने 20% सी जिहड़ी रुपए की कीमत सुट्टी। हुण मैं इहनूं इत्थे रोकदा, हुण मैं तुहानूं रुपए दे पिछे लैके जाना। 1991 तो पहलां दा रुपया की सीगा। ਪਹਿਲਾਂ ਤਾਂ ਉਦੋਂ ਕਿਉਂਕਿ ਸਾਡਾ ਜਿਹੜਾ ਅਮਰੀਕਨ ਡਾਲਰ ਨਾਲ ਵਾਹ ਨਹੀਂ ਸੀਗਾ, ਅਮਰੀਕਨ ਡਾਲਰ ਅਸੀਂ 70 ਦੇ ਦਹਾਕੇ ਦੇ ਵਿੱਚ ਆਪਦੇ ਉਹਦੇ 'ਚ ਲੈ ਕੇ ਆਂਦਾ। ਉਦੋਂ ਪਹਿਲਾਂ ਸਾਡਾ ਪਾਉਂਡ ਨਾਲ ਹੀ ਚੱਲਦਾ ਸੀ ਕੰਮ, ਠੀਕ ਹੈ। ਤਾਂ ਕਰਕੇ ਆਜ਼ਾਦੀ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਵੀ ਸਾਡਾ 1 ਰੁਪਇਆ ਜਿਹੜਾ ਸੀਗਾ 1 ਡਾਲਰ ਦੇ ਬਰਾਬਰ ਸੀਗਾ। ਪਰ ਜਦੋਂ ਇਹ 1947 ਤੋਂ ਬਾਅਦ ਨਾ ਤਾਂ ਸਰਕਾਰ ਨੇ ਕਿਸੇ ਦਾ ਕਰਜ਼ਾ ਦੇਣਾ ਸੀ, ਕਿਉਂਕਿ ਨਵਾਂ ਦੇਸ਼ ਆਜ਼ਾਦ ਹੋਇਆ ਸੀ, ਨਾ ਕਿਸੇ ਦਾ ਕਰਜ਼ਾ ਦੇਣਾ ਸੀ, ਨਾ ਕਿਸੇ ਤੋਂ ਕੁਝ ਲੈਣਾ ਸੀ। ਪਰ ਇੱਥੇ 5 ਸਾਲਾ ਯੋਜਨਾ ਨੂੰ ਲਾਗੂ ਕਰਨ ਵਾਸਤੇ ਸਾਨੂੰ ਹੋਰ ਪੈਸਾ ਚਾਹੀਦਾ ਸੀਗਾ, ਕਿਉਂਕਿ ਜੇ ਪੈਸਾ ਹੋਊਗਾ ਤਾਂ ਹੀ ਕੰਮ ਹੋਣਗੇ। ਤਾਂ ਸਾਨੂੰ ਫੋਰਨ ਰਿਜ਼ਰਵ ਚਾਹੀਦਾ ਸੀ। ਤਾਂ ਕਰਕੇ ਮਤਲਬ ਹੁਣ ਕੀ ਸੀ, 1947 ਦੀ ਆਜ਼ਾਦੀ ਤੋਂ ਬਾਅਦ ਜਦੋਂ ਅਸੀਂ ਪੈਸਾ ਚਾਹੀਦਾ ਸੀ ਸਾਨੂੰ ਆਪਦੀਆਂ ਜ਼ਰੂਰਤਾਂ ਵਾਸਤੇ, ਤਾਂ ਉਦੋਂ ਕੀਮਤ ਪਹਿਲੀ ਵਾਰੀ ਸਿੱਟੀ ਇੰਡੀਅਨ ਸਰਕਾਰ ਨੇ US 1 ਅਮਰੀਕੀ ਡਾਲਰ ਬਰਾਬਰ 4 ਰੁਪਏ ਦੀ। ਸਿਰਫ 4 ਰੁਪਇਆ, 4 ਰੁਪਈਆਂ 'ਚ 1 ਅਮਰੀਕੀ ਡਾਲਰ ਆ ਜਾਂਦਾ ਸੀ। ਉਸ ਤੋਂ ਬਾਅਦ ਇਹ ਲਗਭਗ ਸਟੇਬਲ ਰਿਹਾ 1965 ਤੱਕ। ਤੁਸੀਂ ਮੰਨੋ 47 ਤੱਕ 18 ਸਾਲ ਤੱਕ ਇਹੀ ਕੀਮਤ ਲਗਭਗ ਚੱਲਦੀ ਰਹੀ, ਅਮਰੀਕਨ ਡਾਲਰ ਤੇ ਰੁਪਇਆ ਬਰਾਬਰ। ਉਸ ਤੋਂ ਬਾਅਦ 63 ਦਾ ਯੁੱਧ ਹੋਇਆ, ਥੋੜ੍ਹਾ ਜਿਹਾ ਰੁਪਇਆ ਅਗਲੀ ਵਾਰੀ ਫੇਰ ਸੁੱਟਣਾ ਪਿਆ ਕਿਉਂਕਿ ਹਥਿਆਰਾਂ 'ਤੇ ਪੈਸਾ ਲੱਗ ਗਿਆ। 1966 ਦੇ ਵਿੱਚ ਇਹ ਰੁਪਏ ਦੀ ਕੀਮਤ ਰਹਿ ਗਈ, ਹੋਰ ਘਟਾਇਆ ਇਹਨਾਂ ਨੇ, 6 ਰੁਪਏ 36 ਪੈਸੇ ਆ ਗਿਆ। ਇਹ ਤੁਸੀਂ, ਮੈਂ ਤੁਹਾਨੂੰ PDF ਥੱਲੇ ਡਾਊਨਲੋਡ ਕਰ ਦੂੰਗਾ ਜੇ ਕਿਸੇ ਨੂੰ ਚਾਹੀਦਾ ਵੀ ਹੋ। ਬਾਕੀ ਇਹ ਵਿਕੀਪੀਡੀਆ 'ਤੇ ਤੁਸੀਂ ਕੱਢ ਸਕਦੇ ਹੋ, ਇੱਕ ਹਿਸਟਰੀ ਨਿਕਲ ਆਉਣੀ ਹੈ ਸਾਰੀ ਰੁਪਏ ਦੇ ਨਾਲ ਕੰਪੈਰੀਜ਼ਨ ਆ ਜਾਣਾ। ਉਸ ਤੋਂ ਬਾਅਦ 67 ਦੇ ਵਿੱਚ 7.5 ਰੁਪਇਆ ਹੋ ਗਿਆ। ਇਹ ਕਰਦੇ ਕਰਦੇ ਕੀ ਹੋਇਆ, 1990 ਤੱਕ ਮੈਂ ਕਹਾਂ ਤਾਂ 1 ਰੁਪਇਆ 17.5 ਰੁਪਈਆਂ ਦੇ ਬਰਾਬਰ ਸੀਗਾ, ਅੱਜ ਤੋਂ 30 ਸਾਲ ਪਹਿਲਾਂ। ਮਤਲਬ ਕਿ 1 ਰੁਪਇਆ ਉਹਨਾਂ ਦਾ 1 ਡਾਲਰ ਤੇ ਸਾਡੇ 17.5 ਰੁਪਏ। ਅੱਜ ਦੀ ਘੜੀ ਹੁੰਦੇ ਤਾਂ ਚੰਗਾ ਸੀਗਾ। 17.5 ਰੁਪਏ 'ਚ ਅੱਜ ਕੱਲ੍ਹ ਤਾਂ UAE ਦੀ ਜਿਹੜੀ ਦੁਬਈ ਦੀ ਕਰੰਸੀ ਵੀ ਟੱਪ ਗਈ। ਤੋਂ ਹੁਣ ਕੀ ਹੋਇਆ, 90 ਤੋਂ ਲੈ ਕੇ 91 ਤੱਕ, ਜਦੋਂ ਤੱਕ ਮਨਮੋਹਨ ਸਿੰਘ ਜੀ ਫਾਈਨਾਂਸ ਮਿਨਿਸਟਰ ਨਹੀਂ ਸੀ, ਉਦੋਂ ਪਹਿਲਾਂ ਕੰਮ ਚਲਾਊ ਸਰਕਾਰਾਂ ਸੀਗੀਆਂ, ਉਹਨਾਂ ਨੇ ਇਹਦੀ ਕੀਮਤ ਹੋਰ ਸਿੱਟੀ। 90 'ਚ ਜਿਹੜੀ 17.5 ਰੁਪਏ ਸੀ ਤੇ 91 ਦੇ ਵਿੱਚ ਇਹ 22 ਰੁਪਏ 74 ਪੈਸੇ ਹੋ ਗਈ। ਮਤਲਬ ਜਿਹੜਾ ਰੁਪਇਆ ਸਿੱਟ ਕੇ ਦੇਖਿਆ ਇਹਨਾਂ ਨੇ। ਪਹਿਲਾਂ ਆਖਿਆ ਵੀ, ਪਹਿਲਾਂ ਤਾਂ ਸਰਕਾਰ ਨੇ ਸਾਰਾ ਕੁਝ ਕੀਤਾ। ਪਹਿਲਾਂ ਤਾਂ ਉਹਨਾਂ ਨੇ ਕੀਤਾ ਵੀ ਸਿਆਉਣਾ ਜਿੰਨਾ ਵੀ ਹੈਗਾ ਗਹਿਣੇ ਰੱਖ ਦਿਓ, ਜਿੰਨਾ ਸਿਆਉਣਾ ਸੀਗਾ ਉਹ ਗਹਿਣੇ ਰੱਖਿਆ, ਖਾਣਾ ਪੂਰਤੀ ਕੀਤੀ, ਨਹੀਂ ਚੱਲਿਆ। ਉਦੋਂ ਬਾਅਦ ਗਹਿਣੇ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਸਰਕਾਰ ਨੇ 20% ਜਿਹੜਾ ਸੀਗਾ ਇਹਦੀ ਕੀਮਤ ਸਿੱਟੀ, ਜਿਹਦੇ 'ਚ ਇਹ ਅੱਜ 1991 ਦੇ ਵਿੱਚ 22 ਰੁਪਏ 74 ਪੈਸੇ ਹੋ ਗਿਆ। ਉਦੋਂ ਤੱਕ 91 ਤੋਂ ਬਾਅਦ ਜਿਹੜਾ ਫਿਰ ਹਾਲ ਹੋਏ ਆ, 91 ਤੋਂ ਲੈ ਕੇ 91 ਦੇ 22 ਰੁਪਈਆਂ ਤੋਂ ਲੈ ਕੇ ਅੱਜ ਦੇ 17 ਤੱਕ ਕਿਉਂ ਹਾਲ ਹੋਇਆ, ਉਹਦਾ ਕਾਰਨ ਸੀਗਾ 2, ਸਿਰਫ 2 ਅੱਖਰ। ਮਤਲਬ ਸਰਕਾਰ ਡਿਸਾਈਡ ਕਰਦੀ ਸੀ ਸਾਡੇ ਰੁਪਏ ਦੀ ਕਿੰਨੀ ਕੀਮਤ, ਉਹਨੂੰ ਕਹਿੰਦੇ ਸੀ ਫਿਕਸ ਐਕਸਚੇਂਜ ਰੇਟ। ਤੇ 1991 ਤੋਂ ਬਾਅਦ ਜਿਹਨੂੰ ਕਹਿੰਦੇ ਆ ਇਹਨਾਂ ਨੇ ਦੁਬਾਰਾ ਤੋਂ ਆਪਦੀ ਇਕੋਨਮੀ ਨੂੰ ਰੀਬਿਲਡ ਕੀਤਾ, ਸਾਰਾ ਕੁਝ ਚੇਂਜ ਕੀਤਾ। ਤਾਂ ਉਦੋਂ ਲੈ ਲਿਆ ਇਹਨਾਂ ਨੇ ਫਲੈਕਸ ਐਕਸਚੇਂਜ ਰੇਟ। ਫਲੈਕਸ ਐਕਸਚੇਂਜ ਰੇਟ ਤੇ ਫਿਕਸ ਦੇ ਵਿੱਚ ਕੀ ਹੈ, ਫਿਕਸ ਦੇ ਵਿੱਚ ਸਰਕਾਰ ਦੇ ਹੱਥ ਹੁੰਦਾ ਕਿੰਨੇ ਰੁਪਈਆਂ 'ਚ ਅਸੀਂ ਡਾਲਰ ਖਰੀਦਣਾ ਜਾਂ ਕਿੰਨਾ ਵੀ ਕਰਨਾ। ਫਲੈਕਸ ਦੇ ਵਿੱਚ ਹੁਣ ਜੋ ਵੀ ਰੁਪਏ ਦੀ ਕੀਮਤ ਹੁੰਦੀ ਆ, ਉਹ ਕੌਣ ਡਿਸਾਈਡ ਕਰਦੀ ਆ, ਉਹ ਕਰਦੀ ਆ ਇੰਡਸਟਰੀ, ਉਹ ਕਰਦੀ ਆ ਸਾਡਾ ਬਾਜ਼ਾਰ, ਉਹ ਕਰਦੇ ਆ ਉਹ ਲੋਕ ਜਿਹੜੇ ਬਾਜ਼ਾਰ ਦੇ ਵਿੱਚ ਹੁੰਦੇ ਆ ਵੀ ਅਸੀਂ ਕਿੰਨੇ ਰੁਪਏ ਨੂੰ, ਅਸੀਂ ਕਿੰਨੇ ਡਾਲਰ 1 ਰੁਪਏ ਦੇ, ਜਾਂ 1 ਡਾਲਰ ਦੇ ਕਿੰਨੇ ਰੁਪਏ ਦੇਣੇ ਆ, ਜਾਂ 1 ਰੁਪਏ ਦੇ ਕਿੰਨੇ ਡਾਲਰ ਦੇਣੇ ਆ। ਇਹ ਉਦੋਂ ਬਾਅਦ ਫਲੈਕਸ ਐਕਸਚੇਂਜ ਰੇਟ ਤੋਂ ਬਾਅਦ ਜਿਹੜਾ ਹੈਗਾ ਇਹ ਹੋਣ ਦੇ ਕਰਕੇ ਹੁਣ ਅੱਜ ਸਾਡਾ, ਕਈ ਬੰਦੇ ਸੋਚਦੇ ਵੀ ਰੁਪਈਆ ਕਿਵੇਂ ਯਾਰ, ਡਾਲਰ ਕਿਹੜੇ ਹਿਸਾਬ ਨਾਲ ਮਜ਼ਬੂਤ ਹੁੰਦਾ, ਕਿਵੇਂ ਨਿਕ ਜਾਂਦਾ। ਇਹਦਾ ਥੋੜ੍ਹੇ ਜਿਹੇ ਕਈ ਹੋਰ ਵੀ ਕਾਰਨ ਹੈਗੇ ਆ। ਇਹਦੇ 'ਤੇ ਕਿਸੇ ਦੇਸ਼ ਦੀ ਇਕੋਨਮੀ ਦੀ ਗਰੋਥ ਵੀ ਡਿਪੈਂਡ ਕਰਦੀ ਹੈ ਵੀ ਕਿਸ ਤਰ੍ਹਾਂ ਦਾ ਦੇਸ਼ ਉਹ ਚੱਲ ਰਿਹਾ, ਉਹ 'ਤੇ ਵੀ ਡਿਪੈਂਡ ਹੁੰਦਾ। ਉਹ ਤੋਂ ਬਿਨਾਂ ਇੰਟਰਸਟ ਰੇਟ ਸਾਡੀਆਂ ਬੈਂਕਾਂ ਕਿੰਨੇ ਇੰਟਰਸਟ 'ਤੇ ਦਿੰਦੀਆਂ, ਉਹ ਵੀ ਡਿਪੈਂਡ ਆ। ਮਤਲਬ ਕਿ ਸਾਰੀ ਚੀਜ਼ ਦਾ ਜੇ ਮੈਂ ਕਹਾਂ ਨਿਚੋੜ ਤਾਂ ਇਹਦਾ ਹੁੰਦਾ ਫੋਰਨ ਐਕਸਚੇਂਜ ਦਾ ਖੇਡ ਆ ਸਾਰੀ ਦੀ ਸਾਰੀ। ਜਿਹੜੇ ਦੇਸ਼ ਕੋਲੇ ਫੋਰਨ ਐਕਸਚੇਂਜ ਜ਼ਿਆਦਾ ਆ ਉਹਦੀ ਕਰੰਸੀ ਮਜ਼ਬੂਤ ਹੋਊਗੀ, ਜਿਹਦੇ ਕੋਲੇ ਫੋਰਨ ਐਕਸਚੇਂਜ ਘੱਟ ਆ ਉਹਦੀ ਕਰੰਸੀ ਡਾਊਨ ਹੋਊਗੀ। ਤਾਂ ਹੀ ਤਾਂ ਸਾਡੀ ਸਰਕਾਰ ਆ ਜਿਹੜੀ ਜਿਵੇਂ ਹੈਗੇ ਆ
ਟੂਰਿਸਟਾਂ ਤੇ ਜ਼ਿਆਦਾ ਪੈਸਾ ਡਿਵੈਲਪ ਕਰ ਲਾਉਂਦੀ ਹੈ ਵੀ ਟੂਰਿਸਟ ਆਉਣ, ਕਿਉਂਕਿ ਟੂਰਿਸਟ ਆਉਣਗੇ ਪੈਸਾ ਲੈ ਕੇ ਆਉਣਗੇ। ਸਾਡੇ ਮੁੰਡੇ ਬਾਹਰ ਗਏ ਆ, ਹੁਣ ਵੀ ਮੇਰੇ ਨਾਲ ਸਾਰੇ ਦੇਸ਼ਾਂ ਤੋਂ ਲਗਭਗ ਜੁੜੇ ਆ, ਤਾਂ ਉਹ ਕੀ ਆਪਦੇ ਘਰਾਂ 'ਚ ਪੈਸਾ ਭੇਜਦੇ ਆ, ਉਹ ਵੀ ਸਾਡੀ ਇਕੋਨਮੀ ਨੂੰ ਚਲਾ ਰਹੇ ਆ। ਹੋਰ ਬਹੁਤ ਕੁਝ ਹੈ। ਹੁਣ 1991 ਦੇ ਰਿਫਾਰਮਾਂ ਦੀ ਗੱਲ ਕਰਦੇ ਹਾਂ। ਪਹਿਲਾਂ ਤਾਂ ਇਹਦੇ 'ਚ ਕੀ ਸੀ, ਕਲੋਜ਼ ਇਕੋਨਮੀ, ਫਿਰ ਉਹਨੂੰ FDI ਵੀ ਖੁੱਲੀ। ਤੁਸੀਂ ਦੇਖੋ ਅਮਰੀਕਾ ਨੇ ਸਾਡੀ ਦੇਸ਼ ਦੀ ਬਾਂਹ ਮਰੋੜ ਕੇ ਕਿਵੇਂ ਕੀਤਾ। ਦੇਖੋ ਤੁਹਾਨੂੰ ਮੈਂ ਇਹਦੇ 'ਚ ਦੱਸਾਂ, ਇਹ 'ਚ ਬੜੀ ਵੱਡੀ ਗੱਲ ਹੈ। ਪਹਿਲਾਂ ਹੈਗਾ ਸੀਗਾ ਨਾ, ਅਮਰੀਕਾ ਸਾਡੇ ਨੇੜੇ ਨਹੀਂ ਸੀਗਾ। 1990 ਦੇ ਨੇੜੇ ਜਦੋਂ ਉਹਨਾਂ ਦਾ ਯੁੱਧ ਚੱਲਿਆ ਨਾ ਇਹਨਾਂ ਨਾਲ, ਇਰਾਕ ਨਾਲ, ਤਾਂ ਉਹਨੂੰ ਕਿਸੇ ਜਗ੍ਹਾ ਤੇ ਕੋਈ ਥਾਂ ਚਾਹੀਦੀ ਸੀ ਜਿੱਥੇ ਉਹਦੇ ਜਹਾਜ਼ ਤੇਲ ਭਰਾ ਸਕਣ। ਸਾਡਾ ਜਿਹੜਾ ਹੈਗਾ ਅਰਬ ਦੇ ਦੇਸ਼ਾਂ ਨਾਲ ਹਮੇਸ਼ਾ ਹੀ ਮਿੱਤਰਤਾ ਰਹੀ ਹੈ, ਪਰ ਕਿਉਂਕਿ ਸਾਡੇ ਵਾਲੇ ਆਪ ਕੰਡੇ ਤੇ ਹੋਏ ਪਏ ਸੀਗੇ, ਆਪ ਸਾਡਾ ਖਤਮ ਹੋਣ ਦੇ ਕਗਾਰ ਤੇ ਸੀ ਸਾਰਾ ਕੁਝ, ਤਾਂ ਇਹਨਾਂ ਨੇ ਕੀ ਕੀਤਾ, ਤਾਂ IMF ਤੁਸੀਂ ਸੁਣਦੇ ਹੋਵੋਗੇ, ਇਮਰਾਨ ਖਾਨ ਦੀਆਂ ਸਪੀਚਾਂ ਜਿਹੜੇ ਬੰਦੇ ਸੁਣਦੇ ਹੋਣਗੇ, ਕਿਉਂਕਿ IMF ਤੋਂ ਪੈਸਾ ਲੈਣਾ ਹੈ ਨਾ। ਸਾਡੇ ਵਾਲੇ ਨੇ, ਉਹਨਾਂ ਦਾ ਨਾਮ ਹੈਗਾ ਸੁਬਰਮਨੀਅਮ ਸਵਾਮੀ, ਉਹ ਅੱਜ ਵੀ ਜਿਉਂਦੇ ਆ। ਉਹਨਾਂ ਦੀ ਗੱਲ, ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਾ ਕੇ ਜੀ ਹੁਣ ਅਮਰੀਕਾ ਨਾਲ ਗੱਲ ਕਰੋ। ਤਾਂ ਅਮਰੀਕਾ ਨੇ ਇੱਕੋ ਹੀ ਗੱਲ ਕਹੀ ਸੀ ਵੀ ਸਾਨੂੰ ਆਪਦਾ ਮੁੰਬਈ ਦੇ ਵਿੱਚ ਤੇਲ ਭਰਨ ਦੇ ਦਿਓ, ਅਸੀਂ ਸਾਡੇ ਜਹਾਜ਼ਾਂ ਨੇ ਅਟੈਕ ਕਰਨਾ ਹੁੰਦਾ ਉੱਥੇ ਜਾ ਕੇ, ਤਾਂ ਤੁਹਾਨੂੰ ਗੁਪਤ ਤਰੀਕੇ ਨਾਲ ਪਿੱਛੋਂ ਰੁਪਏ ਦਵਾ ਦਿਆਂਗੇ। ਸਾਡੇ ਵਾਲਿਆਂ ਨੇ ਮੰਗਿਆ ਸੀ ਉਹਨਾਂ ਤੋਂ $2 ਬਿਲੀਅਨ। 9 ਜੂਨ 1990 ਨੂੰ ਸਾਡੇ ਇੱਥੇ ਤੇਲ ਭਰਿਆ, ਸਾਡੀ ਧਰਤੀ ਤੇ ਅਮਰੀਕਾ ਦੇ ਜਹਾਜ਼ਾਂ ਨੇ ਇਰਾਕ ਤੇ ਹਮਲਾ ਕਰਨ ਵਾਸਤੇ 9 ਜਨਵਰੀ 1990 ਨੂੰ, ਤੇ 17 ਜਨਵਰੀ 1991 ਨੂੰ ਅਮਰੀਕਾ ਨੇ ਇਰਾਕ ਤੇ ਹਮਲਾ ਕਰਤਾ। ਤੇ ਅਗਲੇ ਦਿਨ ਚੰਦਰ ਸ਼ੇਖਰ ਜਦੋਂ ਉਦੋਂ ਪ੍ਰਧਾਨ ਮੰਤਰੀ ਸੀਗੇ, ਉਹਨੇ ਕਿਹਾ ਅਮਰੀਕਾ ਨੇ ਸਹੀ ਕੀਤਾ। ਇੰਨਾ ਕਹਿਣ ਦੀ ਦੇਰ ਸੀ ਤੇ IMF ਨੇ ਸਾਡੇ ਦੇਸ਼ ਨੂੰ $1.3 ਅਰਬ ਦਾ ਲੋਨ ਦਿੱਤਾ, ਪਰ ਇਹਦੇ ਨਾਲ ਵੀ ਆਰਥਿਕਤਾ ਨਹੀਂ ਸੰਭਲੀ। ਸਾਨੂੰ ਜਿਹੜਾ ਡਾਲਰ ਦਾ ਜਿਹੜਾ ਹੈਗਾ ਕੀ ਸੀਗਾ, ਸੁੱਟਣਾ ਹੀ ਪਿਆ। ਡਾਲਰ ਦੀ ਕੀਮਤ ਆ ਜਿਹੜੀ ਸਾਨੂੰ ਜਿਹੜੀ ਹੈਗੀ ਆ ਥੱਲੇ ਸੁੱਟਣੀ ਪਈ। ਉਹਦਾ ਕਾਰਨ ਹੈ ਜਿਹੜਾ ਹੁਣ ਓਪਨ ਇਕੋਨਮੀ ਦਾ। ਹੁਣ ਓਪਨ ਇਕੋਨਮੀ ਦੇ ਵਿੱਚ ਕੌਣ ਹੈ, ਵੱਡੀਆਂ ਕੰਪਨੀਆਂ। 1990 ਤੋਂ ਪਹਿਲਾਂ ਇੱਥੇ 2-4 ਕੰਪਨੀਆਂ ਸੀ ਜਦੋਂ ਮੇਰਾ ਜਨਮ ਹੋਇਆ। 88 ਤੋਂ ਪਹਿਲਾਂ ਤੁਸੀਂ ਕਈ ਮੇਰੇ ਨਾਲ ਵੱਡੇ ਵੀ ਬੈਠੇ ਆ, ਜੱਗੇ ਵਰਗੇ ਵਿੱਚ, ਜਾਂ ਹੋਰ ਵੀ ਬੜੇ ਸਿਆਣੇ ਬੰਦੇ ਇਹਦੇ 'ਚ ਹੈਗੇ ਆ। ਬਾਈ ਜਿਹੜਾ ਹੈਗਾ ਜੱਗਾ, ਬਹੁਤ ਖਸਖਸ ਦੀ ਖੇਤੀ 'ਤੇ ਕੰਮ ਕਰਦੇ ਆ ਇਹ। ਤਾਂ ਮੈਂ ਤੁਹਾਨੂੰ ਜਿਹੜੀ ਗੱਲ ਕਰਨਾ ਚਾਹੁੰਦਾ, ਇਹ ਤਾਂ ਕਿਉਂਕਿ ਇਹ ਬੰਦੇ ਉਦੋਂ ਪਹਿਲਾਂ ਵੀ ਜਾਣਦੇ ਆ। ਉਦੋਂ ਪਹਿਲਾਂ ਇੱਥੇ 2-3 ਤਰ੍ਹਾਂ, ਇੱਕ ਹੀ ਚੈਨਲ ਹੁੰਦਾ ਸੀ ਸਿਰਫ, ਦੂਰਦਰਸ਼ਨ। ਛੋਟੇ ਹੁੰਦੇ ਇਕੱਲਾ ਸ਼ਕਤੀਮਾਨ ਹੀ ਦੇਖ ਕੇ ਸਾਰ ਲੈਂਦੇ ਸੀ, ਤੇ ਅੱਜ ਚੈਨਲਾਂ ਦੀ ਭਰਮਾਰ ਹੈ। ਕਿਉਂ ਹੋਇਆ ਇਹਨਾਂ? ਉਦੋਂ ਪਹਿਲਾਂ 1-2 ਗੱਡੀਆਂ ਸੀ, ਫੀਅਟ ਹੁੰਦੀ ਸੀਗੀ, ਅੰਬੈਸਡਰ ਜਿਹਨੂੰ ਕਹਿੰਦੇ, ਤੇ ਅੱਜ ਕੱਲ੍ਹ ਹਰ ਕੰਪਨੀ ਦੀ ਗੱਡੀ ਇੰਡੀਆ ਦੇ ਵਿੱਚ, ਇੰਡੀਆ ਦੀਆਂ ਸੜਕਾਂ 'ਤੇ ਮਿਲਦੀ ਆ। ਉਹਦਾ ਕਾਰਨ ਸੀ ਕਿਉਂਕਿ ਪਹਿਲਾਂ ਪਬਲਿਕ ਸੈਕਟਰ ਸਾਡਾ ਕੰਮ ਸੀਗਾ ਪਬਲਿਕ ਸੈਕਟਰ 'ਤੇ, ਤੇ ਹੁਣ ਕਾਹਦਾ ਸੈਕਟਰ 'ਤੇ ਆ ਗਿਆ, ਇਹ ਪ੍ਰਾਈਵੇਟ ਸੈਕਟਰ 'ਤੇ। ਇਹ ਸਾਰੀ ਸਰਕਾਰ ਨੇ ਖੋਲ੍ਹੀ, MNC ਬਣੀਆਂ, ਮਲਟੀਨੈਸ਼ਨਲ ਕੰਪਨੀਆਂ ਬਣੀਆਂ, ਉਹਨਾਂ ਦੇ ਕਰਕੇ ਆ। ਚਲੋ ਵੀਡੀਓ ਲੰਮੀ ਹੁੰਦੀ ਆ, ਮੈਂ ਦੂਜੀ ਗੱਲ ਕਰਾਂ। ਹੁਣ ਜ਼ਮੀਨਾਂ ਦੀ ਕੀਮਤ ਕਿਉਂ ਘਟੀ ਹੈ? ਜ਼ਮੀਨਾਂ ਦੀ ਕੀਮਤ ਘਟਣ ਦਾ ਕਾਰਨ ਹੈ ਇੱਕ ਬਹੁਤ ਵੱਡਾ। ਤੁਸੀਂ ਦੇਖਿਆ ਹੋਣਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2002 ਤੋਂ ਲੈ ਕੇ 7 ਤੱਕ, ਤੇ ਜਿਹੜੇ ਪ੍ਰੋਪਰਟੀ ਦੇ ਰੇਟ ਇੰਨੇ ਵਧੇ ਵੀ ਹਰ ਬੰਦਾ ਜਿਹਨੂੰ ਥੋੜ੍ਹੀ ਜਿਹੀ ਨੌਲੇਜ ਸੀ, ਉਹਨੇ ਪ੍ਰਾਪਰਟੀ ਦਾ ਕੰਮ ਕਰਨਾ ਸ਼ੁਰੂ ਕਰਤਾ। ਪ੍ਰੋਪਰਟੀ ਡੀਲਰਾਂ ਦੀਆਂ ਥਾਂ ਦੁਕਾਨਾਂ ਖੁੱਲ੍ਹ ਗਈਆਂ, ਜਿਹੜੇ ਇੱਕੋ ਦਮ ਜਿਹੜਾ ਹੈਗਾ ਬੂਮ ਆ ਗਿਆ। ਤੇ ਪਰ 2008-9 ਤੋਂ ਬਾਅਦ 8-9 ਤੋਂ ਬਾਅਦ ਕੀ ਹੋਇਆ, ਲਗਾਤਾਰ ਅੱਜ ਤੱਕ ਇੱਕ ਰੇਟ ਜਿਹੜੇ ਹੈਗੇ ਆ, ਮੰਨ ਲਾ ਜਿਹੜੀ 50 ਲੱਖ ਦੀ ਜ਼ਮੀਨ ਸੀ ਅੱਜ 15 ਲੱਖ ਦੀ ਰਹਿ ਗਈ। ਕੀ ਕਾਰਨ ਹੈ? ਉਹਦਾ ਕਾਰਨ ਸੀਗਾ ਕਿਉਂਕਿ ਇਹ ਬੰਦੇ ਆਪ ਹੀ ਤਾਂ ਖੜਾ ਕਰਦੇ ਆ ਸਾਰਾ ਕੁਝ, ਤੇ ਆਪ ਹੀ ਸਿੱਟ ਦਿੰਦੇ ਆ। ਅਮਰੀਕਾ ਜਿਹੜਾ ਹੈਗਾ, ਅਮਰੀਕਾ ਦੇ ਵਿੱਚ 1929 ਦੇ ਵਿੱਚ ਰਿਸੈਸ਼ਨ ਆਇਆ, ਜਿਹੜੀ ਤੇ ਅਮਰੀਕਾ ਦੇ ਵਿੱਚ ਹਰੇਕ 15-20 ਸਾਲਾਂ ਬਾਅਦ ਮੰਦੀ ਆਉਂਦੀ ਰਹਿੰਦੀ ਹੈ। ਉਹ ਬੰਦੇ ਆਪਦੇ ਆਪ ਨੂੰ ਇੰਨਾ ਕੁ ਉਹਨਾਂ ਨੇ ਪ੍ਰਫੁੱਲਿਤ ਕਰ ਲਿਆ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ। ਕੀ ਹੋਇਆ ਸੀਗਾ, ਕਿਉਂ ਕੀਮਤਾਂ ਡਿੱਗੀਆਂ? ਕੈਪਟਨ ਦੀ ਸਰਕਾਰ ਗਈ, ਬਾਦਲ ਸਾਹਿਬ ਆਏ, ਕੀਮਤਾਂ ਧੜਾਏ। ਕੀ ਇਹਦੇ 'ਚ ਕੈਪਟਨ ਦਾ ਕਸੂਰ ਦੀ ਕਾਬਲੀਅਤ ਸੀ, ਜਾਂ ਬਾਦਲ ਸਾਹਿਬ ਦਾ ਕੋਈ ਮਿਸਮੈਨੇਜਮੈਂਟ ਸੀ? ਇਹਨਾਂ ਦੀ ਵੀ ਚੱਲਦਾ ਕੰਮ, ਪਰ ਇਹ ਤੋਂ ਜ਼ਿਆਦਾ ਜਿਹੜਾ ਕੰਮ ਹੁੰਦਾ ਉਹ ਹੁੰਦਾ ਇੰਟਰਨੈਸ਼ਨਲ। ਕੀ ਹੋਇਆ, US ਦੇ ਵਿੱਚ, ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਜਿਹੜਾ ਸੀਗਾ,
ਇਹ ਪ੍ਰੋਪਰਟੀ ਦਾ ਜਿਹੜਾ ਇਹਨੂੰ ਕਹਿੰਦੇ ਹਾਊਸ ਬਬਲ ਵੀ ਬੋਲਿਆ ਇਹਨਾਂ ਨੇ ਬਾਅਦ ਦੇ ਵਿੱਚ। ਕੀ ਹੋਇਆ ਵੀ ਜਿਹੜਾ US ਦੇ ਵਿੱਚ ਕੀ ਸੀਗਾ, US ਦੇ ਵਿੱਚ ਇੱਕ ਸਾਰੀਆਂ ਦੁਨੀਆਂ ਦੀਆਂ ਕੰਪਨੀਆਂ US ਦੇ ਵਿੱਚ ਬਲੀਵ ਕਰਦੀਆਂ, ਸਾਰੀ ਦੁਨੀਆ ਉਹਨਾਂ ਦੇ ਵਿੱਚ ਬਲੀਵ ਕਰਦੀ ਆ, ਕਿਉਂਕਿ 91 ਤੋਂ ਬਾਅਦ ਸਾਨੂੰ ਗਲੋਬਲਾਈਜੇਸ਼ਨ 'ਚ ਲੈ ਲਿਆ ਜਿਹੜਾ ਮੈਂ ਤੁਹਾਨੂੰ ਦੱਸਿਆ। ਹੁਣ ਗਲੋਬਲਾਈਜੇਸ਼ਨ ਦਾ ਇਹ ਰੌਲਾ ਹੁੰਦਾ ਵੀ ਜਿਹੜਾ ਜੇ ਇੱਕ ਦੇਸ਼ ਵੀ ਫੇਲ ਹੋਇਆ ਉਹਦੇ ਇਫੈਕਟ ਸਾਰਿਆਂ ਦੇ ਪੈਣਗੇ। ਤੇ ਅਮਰੀਕਾ ਦਾ ਤਾਂ ਇਹ ਹਾਲ ਆ, ਜੇ ਉਹ ਡੁੱਬਿਆ ਤਾਂ ਉਹ ਸਾਰਿਆਂ ਨੂੰ ਲੈ ਕੇ ਡੁੱਬੂ ਨਾਲ, ਇਕੱਲਾ ਨਹੀਂ ਡੁੱਬਦਾ, ਕਿਉਂਕਿ ਗਲੋਬਲਾਈਜੇਸ਼ਨ ਦਾ ਇਹੀ ਕਾਰਨ ਆ। ਤਾਂ ਹੀ FDI ਹੈ, ਤਾਂ ਹੀ IMF ਆ, ਤਾਂ ਹੀ ਵਰਲਡ ਬੈਂਕ ਲੋਨ ਦਿੰਦੀ ਹੈ। ਇਹ ਸਾਰਾ ਇੱਕ ਵੱਡਾ ਤੰਤਰ ਹੈ। ਇਹਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਕੱਲੀ ਵੀਡੀਓ 'ਚ ਤੁਹਾਨੂੰ ਇਹਦੀ ਗੱਲ ਦੱਸੂਗਾ। ਜੇ ਤੁਹਾਨੂੰ ਚੰਗਾ ਲੱਗਿਆ ਤਾਂ ਇਹਦੇ ਨਾਲ ਸ਼ੇਅਰ ਕਰੀ ਜਾਓ, ਤੇ ਤਾਂ ਕਰਕੇ ਕੋਈ ਹੋਰ ਵੀ ਬੰਦਾ ਇਹ 'ਚੋਂ ਮੋਟੀਵੇਸ਼ਨ ਲੈ ਸਕੇ। ਕੀ ਹੋਇਆ USA ਦੇ ਵਿੱਚ ਜਿਹੜਾ, ਕਿਉਂਕਿ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ, ਇੱਕ ਪ੍ਰਾਈਮ ਇੱਕ ਸਬ ਪ੍ਰਾਈਮ। ਪ੍ਰਾਈਮ ਉਹ ਬੰਦੇ ਆ ਜਿਨ੍ਹਾਂ ਨੇ ਪੈਸਾ ਮੋੜਨਾ ਹੁੰਦਾ, ਬੈਂਕਾਂ ਤੋਂ ਲੋਨ ਲੈਂਦੇ ਆ ਸਹੀ ਕਾਗਜ਼ ਦਿਖਾ ਕੇ। ਸਬ ਪ੍ਰਾਈਮ ਉਹ ਹੁੰਦੇ ਆ ਜਿਨ੍ਹਾਂ ਦੇ ਦਸਤਾਵੇਜ਼ ਝੂਠੇ ਹੁੰਦੇ ਆ ਤੇ ਬੈਂਕਾਂ ਉਹਨਾਂ ਨੂੰ ਜਿਹੜਾ ਹੈਗਾ ਲੋਨ ਦੇ ਦਿੰਦੀਆਂ। ਕੀ ਹੋਇਆ ਅਮਰੀਕਾ ਦੇ ਵਿੱਚ ਤੀਜਾ ਬੰਦਾ ਹੁੰਦਾ ਬ੍ਰੋਕਰ ਹੁੰਦਾ। ਤੁਸੀਂ ਵੀ ਦੇਖਿਆ ਹੋਣਾ ਪ੍ਰਾਈਵੇਟ ਬੈਂਕਾਂ 'ਚ ਕਈ ਬੰਦੇ ਫੋਨ ਕਰ ਦੇਣਾ ਸਾਨੂੰ ਘਰਾਂ 'ਚ ਬੈਠਿਆਂ ਨੂੰ ਵੀ ਯਾਰ ਆ ਜਾ, ਤੇਰੇ ਜਮ੍ਹਾਂਬੰਦੀ ਚੱਕ ਲਿਆ ਤਾਂ ਤੇਰੇ ਮੈਂ ਕਾਗਜ਼ ਤਿਆਰ ਕਰ ਦੂੰਗਾ ਤੇ ਆਪਾਂ ਆਹ ਫਲਾਨੀ ਬੈਂਕ ਪ੍ਰਾਈਵੇਟ ਬੈਂਕ ਤੋਂ ਲੋਨ ਲੈ ਲੈਣਾ। ਉਹਨੂੰ ਬ੍ਰੋਕਰ ਬੋਲਦੇ ਇੰਗਲਿਸ਼ 'ਚ। ਕੀ ਹੋਇਆ ਬ੍ਰੋਕਰਾਂ ਨੇ ਕੀ ਕੀਤਾ, ਸਬ ਪ੍ਰਾਈਮ ਬੰਦਿਆਂ ਨੂੰ ਜਿਨ੍ਹਾਂ ਦੇ ਮਤਲਬ ਕਿ ਝੂਠੇ ਕਾਗਜ਼ ਬਣਾ ਕੇ ਉਹਨਾਂ ਨੇ ਕੀ ਕੀਤਾ, ਅਮਰੀਕਾ ਦੀਆਂ ਕੰਪਨੀਆਂ ਤੋਂ ਲੋਨ ਲੈ ਲਿਆ। ਠੀਕ ਹੈ, ਇਹਦੇ 'ਚ ਬਹੁਤ ਵੱਡੀਆਂ ਟਰਮਾਂ CDO, ਇਨਵੈਸਟਮੈਂਟ ਬੈਂਕ, ਕਮਰਸ਼ੀਅਲ ਬੈਂਕ, ਇਹ ਮੈਂ ਕਿਤੇ ਡਿਟੇਲ 'ਚ ਦੱਸੂ ਕਿਉਂਕਿ ਅੱਜ ਮੈਂ ਹੁਣ 1-2 ਮਿੰਟ 'ਚ ਇਹਨੂੰ ਖਤਮ ਕਰਾਂ ਯਾਰ, ਵਾਹਵਾ ਲੰਮੀ ਹੋ ਗਈ। ਕੀ ਹੋਇਆ ਮੋਟੇ ਤੌਰ 'ਤੇ ਇਹ ਕਹਿਣਾ ਵੀ ਉੱਥੇ ਜਿਵੇਂ ਸਾਡਾ NPA ਹੋ ਰਿਹਾ ਨਾ ਸਾਡੇ ਦੇਸ਼ 'ਚ, ਮੈਂ ਜਿਹੜੀਆਂ ਪਹਿਲਾਂ ਵੀਡੀਓ ਤੁਸੀਂ ਪੜ੍ਹ ਕੇ ਦੇਖੋ 1 ਤੋਂ ਲੈ ਕੇ ਜਿਵੇਂ 5 ਤੱਕ ਲਗਾਤਾਰ, NPA ਹੁੰਦਾ ਨਾਨ ਪ੍ਰੋਫਿਟ ਐਸਟ, ਜਿਹੜੇ ਮੁੜਦੇ ਨਹੀਂਗੇ। ਉਹਦਾ ਕਾਰਨ ਹੁੰਦਾ ਵੱਡੇ ਦੇਸ਼ਾਂ ਦੇ ਦਿਵਾਲੇ ਨਿਕਲ ਕੇ, ਸਾਡੇ ਵਾਲਾ ਦਾ ਕੀ ਬਣਨਾ ਉਹਦਾ ਦੇਖਿਓ ਜਾਇਓ। ਇਹਨਾਂ ਨੂੰ ਰਿਫਾਰਮ ਨਾ ਲਿਆਉਣਾ ਪਿਆ ਤਾਂ ਕਹਿ ਦਿਓ। ਜੇ ਇਹੀ ਹਾਰ ਹੈ, ਜੇ ਬਚਾ ਕੇ ਤਾਂ ਬਹੁਤ ਵਧੀਆ, ਕੋਈ ਆਪਦਾ ਚੰਗਾ ਕੰਮ ਕਰਕੇ। ਕੀ ਹੋਇਆ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਜਾਲੀ ਲੋਨ ਲੈ ਲਏ ਲੋਕਾਂ ਨੇ ਬਹੁਤ ਜ਼ਿਆਦਾ। ਤੇ 2007 ਦੇ ਵਿੱਚ ਇਹ ਪਤਾ ਲੱਗਾ ਜਦੋਂ ਜਾਰਜ ਬੁਸ਼ ਉਹਨਾਂ ਦਾ ਪ੍ਰੈਜ਼ੀਡੈਂਟ ਸੀਗਾ। ਜਦੋਂ ਪਤਾ ਲੱਗਿਆ ਸਾਰੀਆਂ ਚੀਜ਼ਾਂ ਦਾ ਤਾਂ ਲੋਕਾਂ ਨੇ, ਕਿਉਂਕਿ ਪਤਾ ਕਿਵੇਂ ਲੱਗਿਆ, ਕਾਰਨ ਸੀਗਾ ਕਿਉਂਕਿ ਬੈਂਕਾਂ ਨੇ ਲੋਨ ਦੇਤੇ ਪਰ ਲੋਨ ਭਰਨ ਵਾਲੇ ਨਹੀਂ ਸੀਗੇ। NPA ਬਹੁਤ ਹੋਣ ਲੱਗ ਗਿਆ, ਲੋਕ ਲੋਨ ਭਰਨੋਂ ਹਟ ਗਏ, ਕਿਉਂਕਿ ਲੋਨ ਤਾਂ ਭਰਨ ਜੇਕਰ ਉਹਨਾਂ ਕੋਲੇ ਉਹਨਾਂ ਦੇ ਦਸਤਾਵੇਜ਼ ਸਹੀ ਹੋਣ। ਹੁਣ ਬੈਂਕਾਂ ਨੇ ਕੀ ਕੀਤਾ, ਬੈਂਕਾਂ ਨੇ ਉਹਨਾਂ ਦੇ ਘਰ ਗਿਰਵੀ ਕਰਨੇ ਸ਼ੁਰੂ ਕਰਤੇ, ਮਤਲਬ ਕਿ ਘਰ ਅਕਵਾਇਰ ਕਰ ਲਏ। ਹੈ ਨਾ, ਹੁਣ ਕੀ ਹੋਇਆ ਜਦੋਂ ਘਰ ਅਕਵਾਇਰ ਕਰ ਲਏ, ਪਰ ਜਿਹੜਾ ਘਰ ਅੱਜ ਤੋਂ ਪਹਿਲਾਂ ਬੈਂਕ ਨੇ 25 ਲੱਖ ਰੁਪਏ ਦਾ ਲੋਨ ਕੀਤਾ ਸੀ, ਉਹਦੀ ਕੀਮਤ ਰਹਿ ਗਈ 15 ਲੱਖ। ਤੇ ਹੁਣ ਬੈਂਕਾਂ ਸਾਰੇ ਘਰਾਂ 'ਤੇ ਵੀ ਕਬਜ਼ਾ ਕਰਨ ਨਾਲ ਪੈਸਾ ਤਾਂ ਫਿਰ ਵੀ ਨਹੀਂ ਪੂਰਾ ਹੁੰਦਾ। ਤਾਂ ਇਹਦੇ ਕਰਕੇ ਸਬ ਪ੍ਰਾਈਮ ਦੇ ਨਾਲ ਜਿਹੜੇ ਸਹੀ ਬੰਦੇ ਸੀ ਉਹਨਾਂ ਦੇ ਘਰਾਂ ਦੀ ਕੀਮਤ ਵੀ ਡਿੱਗ ਪਈ। ਤੇ ਉਹ ਵੀ ਕਹਿੰਦੇ ਵੀ ਆਪਾਂ ਕਾ ਪੈਸਾ ਭਰਨਾ, ਜਦੋਂ 25 ਲੱਖ ਵਾਲਾ ਘਰ ਅੱਜ ਰਹੀ 15 ਲੱਖ 10 ਲੱਖ ਦਾ ਗਿਆ, ਤਾਂ ਇਦੋਂ ਚੰਗਾ ਬੈਂਕ ਨੂੰ ਮੋੜ ਹੀ ਦਿਓ। ਬੈਂਕ ਕਰ ਲੈਣ ਤੇ ਕਬਜ਼ਾ, ਬੈਂਕ ਨੂੰ ਆਪਣਾ ਕੀ ਹੈ, ਆਪਾਂ ਨੂੰ 10 ਲੱਖ ਦਾ ਫਿਰ ਵੀ ਫਾਇਦਾ ਘਰ ਵੇਚ ਕੇ। ਤਾਂ ਉਹਨਾਂ ਨੇ ਕੀ ਕੀਤਾ, ਜਿਹੜੇ ਸਹੀ ਬੰਦੇ ਸੀ ਉਹ ਵੀ ਮੁੱਕਰ ਗਏ। ਤੇ ਜਦੋਂ ਇਹ ਸਾਰਾ ਕੁਝ ਹੋਇਆ ਤੇ ਅਮਰੀਕਾ ਉੱਥੇ ਸਾਰਾ ਪੂਰੀ ਦੁਨੀਆ 'ਚ ਭੁਚਾਲ ਆ ਗਿਆ, ਕਿਉਂਕਿ ਅਮਰੀਕਾ ਡੁੱਬ ਰਿਹਾ ਸੀ। ਜਦੋਂ ਅਮਰੀਕਾ ਡੁੱਬ ਰਿਹਾ ਸੀਗਾ, ਹੁਣ ਇੱਥੇ ਬੜੀ ਵੱਡੀ ਗੱਲ ਹੈ ਮੈਂ ਜਿਹੜੀ ਸਮਝਾਉਣਾ ਚਾਹੁੰਦਾ ਵੀ ਕਿਸਾਨ ਵਾਸਤੇ ਨੀਤੀਆਂ ਕੀ ਆ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਵਾਸਤੇ ਕੀ ਨੀਤੀਆਂ, ਤੇ ਵੱਡੇ ਸਰਮਾਏਦਾਰਾਂ ਵਾਸਤੇ ਕੀ ਨੀਤੀਆਂ। ਤੁਹਾਨੂੰ ਜਿਹੜੇ 2 ਵੱਡੇ ਬੰਦੇ ਸੀਗੇ ਨਾ, ਕਿ ਜਦੋਂ ਡੁੱਬ ਗਏ ਨਾ ਸਾਰੇ ਦੇ ਸਾਰੇ, ਜਦੋਂ ਡੁੱਬ ਗਿਆ ਹਾਹਾਕਾਰ ਮੱਚ ਗਈ। ਹੁਣ ਸਰਕਾਰ ਨੂੰ ਇਹ ਸੀਗਾ ਜਾਂ ਤਾਂ ਉਹਨੂੰ ਫੜ ਕੇ ਅੰਦਰ ਕਰਦੇ, ਵੱਡੀਆਂ ਜਿਹੜੀਆਂ ਡਿਫਾਲਟਰ ਹੋ ਗਈਆਂ ਜਿਹੜੀਆਂ ਫਰਮਾਂ ਨੂੰ ਅੰਦਰ ਕਰਦੇ, ਪਰ ਉਹਦੇ ਨਾਲ ਕੁਛ ਨਹੀਂ ਹੁੰਦਾ, ਜਾਂ ਉਹਨਾਂ ਨੂੰ ਬਚਾਵੇ, ਲੋਕਾਂ ਦਾ ਵਿਸ਼ਵਾਸ ਉਹਨਾਂ 'ਚ ਪੈਦਾ ਕਰੇ। ਤਾਂ ਲੇਮਨ ਬ੍ਰਦਰ, ਇਹ ਕਦੇ ਨੈਟ 'ਤੇ ਸਰਚ ਮਾਰਿਓ, ਲੇਮਨ ਬ੍ਰਦਰ ਜਿਹੜੇ ਉਹਨਾਂ ਦੀ ਕੰਪਨੀ ਸਭ ਤੋਂ ਵੱਡੀ ਸੀ, ਉਹ ਵੀ ਡੁੱਬ ਗਈ। ਹੁਣ ਕੀ ਹੈ, ਜੇ ਕੋਈ ਕਿਸਾਨ ਦਾ ਪੈਸਾ ਡੁੱਬ ਜਾਂਦਾ ਤਾਂ ਕਿਸਾਨ ਨੂੰ ਕੀ ਪਾਉਣਾ ਪੈਂਦਾ ਗਲ 'ਚ, ਫਾਹਾ। ਮਜ਼ਦੂਰ ਨੂੰ, ਛੋਟੇ ਦੁਕਾਨਦਾਰ ਨੂੰ ਕੀ ਲੈਣਾ ਪੈਣਾ, ਫਾਹਾ ਲੈਣਾ ਪੈਣਾ, ਕਿਉਂਕਿ ਉਹਨੂੰ ਉਹ ਕੱਢਦੇ ਨਹੀਂ, ਉਹਨੂੰ ਉੱਥੇ ਦੱਬ ਦਿੰਦੇ ਆ, ਉਹਦਾ ਸਾਰਾ ਅਕਵਾਇਰ ਕਰਕੇ ਉਹਦਾ ਖਾਣੀ ਖਤਮ। ਪਰ ਸਰਮਾਏਦਾਰਾਂ ਨੂੰ ਇਹ ਵੱਡੀਆਂ ਸਰਕਾਰਾਂ ਕੀ ਕਰਦੀਆਂ, ਲੋਨ ਫੇਰ ਦਿੰਦੀਆਂ ਵੀ ਤੂੰ ਖੜਾ ਹੋ। ਉਹਦਾ ਕਾਰਨ ਹੁੰਦਾ ਵੀ ਤੂੰ ਖੜਾ ਹੋ, ਦੁਬਾਰਾ ਸਰਵਾਈਵ ਕਰੇਗਾ ਤਾਂ ਸਾਡਾ ਰੁਜ਼ਗਾਰ ਦੁਬਾਰਾ ਜਿਹੜਾ ਹੈਗਾ ਪੈਦਾ ਹੋਊਗਾ। ਤਾਂ ਲੇਮਨ ਬ੍ਰਦਰ ਨੂੰ ਇਹਨਾਂ ਨੇ ਦੁਬਾਰਾ ਲੋਨ ਦਿੱਤਾ। ਇਹ ਜਿਹੜਾ ਰਿਸੈਸ਼ਨ ਸੀਗਾ 2007 ਤੋਂ ਲੈ ਕੇ ਦਸੰਬਰ 2007 ਤੋਂ ਲੈ ਕੇ ਜੂਨ 2009 ਤੱਕ ਚੱਲਿਆ, ਮਤਲਬ ਕਿ ਤਾਂ ਹੀ 2008-9 ਦੀ ਮੰਦੀ ਕਹਿੰਦੇ ਆ, ਉਹਨੂੰ 12 ਮਹੀਨੇ ਲੱਗੇ
ਇਹਦੇ ਵਿੱਚ ਦੁਬਾਰਾ ਆਉਣ ਨੂੰ, ਤੇ ਸਾਡੇ ਦੇਸ਼ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਬੈਂਕਾਂ ਸੀ ਜਿਹਦੇ 'ਚ ICICI ਬੈਂਕ ਵੀ ਆ, ਇਹਦਾ ਪੈਸਾ ਵੀ ਉਹਦੇ 'ਚ ਲੱਗਿਆ ਸੀ, ਇਹ ਵੀ ਡੁੱਬ ਗਈ ਸੀ ਉਦੋਂ। ਕਿਉਂਕਿ ਪੈਸਾ ਜਦੋਂ ਉਹ ਡੁੱਬਦੇ ਤਾਂ ਸਾਰੇ ਡੁੱਬਦੇ ਆ। ਉਹਦੇ ਕਰਕੇ ਦੁਨੀਆ ਭਰ ਦੇ ਵਿੱਚ ਇੱਕ ਆਰਥਿਕ ਮੰਦਹਾਲੀ ਆਈ। ਉਸ ਮੰਦਹਾਲੀ ਕਰਕੇ ਜਿਹੜਾ ਸਾਰੀ ਦੀ ਸਾਰੀ ਇਹ ਇੰਡਸਟਰੀ ਸੀਗੀ ਜਿਹੜੀ ਜ਼ਮੀਨ ਨਾਲ ਜਾਂ ਘਰਾਂ ਨਾਲ ਰਿਲੇਟਡ ਸੀਗੇ, ਉਹਦੀਆਂ ਕੀਮਤਾਂ ਘਟੀਆਂ। ਤੁਸੀਂ ਦੇਖਿਆ ਹੋਣਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਪਰਲ ਕਬੱਡੀ ਕੱਪ ਸੀਗਾ ਪੰਜਾਬ ਦੇ ਵਿੱਚ, ਕਦੇ ਪਰਲ ਨੇ ਕਰਾਇਆ ਸੀਗਾ ਇਹ, ਤੇ ਪਰਲ ਅੱਜ ਸਾਡੇ ਨੇੜੇ ਬਠਿੰਡਾ ਇੱਥੇ ਦੇਖੋਗੇ, ਜਾਂ ਭੰਗੂ ਦੇ ਕੀ ਹਾਲ ਆ, ਉਹ ਵਿਚਾਰਾ ਜੇਲ੍ਹ 'ਚ ਹੈ, ਤੇ ਉਹਦੀ ਸਾਰੀ ਦੀ ਸਾਰੀ ਪ੍ਰਾਪਰਟੀ ਉਵੇਂ ਹੀ ਖੜੀ ਹੈ। ਕਾਰਨ ਹੈ ਇਹ ਸਾਰੇ ਦੇ ਸਾਰੇ ਰਿਸੈਸ਼ਨ। ਇਹ ਦੋ ਵੱਡੇ ਕਾਰਨ ਹੈ ਜਿਨ੍ਹਾਂ ਦੇ ਕਰਕੇ ਹੋਇਆ। ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇਹਦੇ 'ਚ ਤੁਹਾਨੂੰ ਡਿਟੇਲ 'ਚ ਦੱਸੂੰ ਇਹ ਹੁੰਦਾ ਕਿਉਂ, ਇਹ ਕੀ ਜਾਣੇ 'ਚ ਹੋਇਆ ਜਾਂ ਅਣਜਾਣੇ 'ਚ ਹੋਇਆ, ਠੀਕ ਹੈ। ਸੋ ਇਹ ਲੰਮੀ ਹੋ ਗਈ, ਤਾਂ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹੋਰ ਵੀਡੀਓ ਕਰ ਦਵਾਂ, ਉਹਦੀਆਂ 100 ਐਪੀਸੋਡ ਕਰਾਂਗੇ ਆਪਾਂ। ਇਹ ਅੱਜ 6ਵਾਂ ਸੀ। ਤੁਸੀਂ ਪਿਆਰ ਦਿੱਤਾ, ਧੰਨਵਾਦ। ਜੇ ਚੰਗਾ ਲੱਗਿਆ ਤਾਂ ਜ਼ਰੂਰ ਸ਼ੇਅਰ ਕਰੋ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਦਾ ਸਮਾਂ ਦਿੱਤਾ।